ਗਵਰਨਰ ਦੀ ਪੰਜਾਬ ਸਰਕਾਰ ਨੂੰ ਦੋ ਟੋਕ। ਗਵਰਨਰ ਕਿਤੇ ਜਾਣ ਵਾਲਾ ਨਹੀਂ ਕਿਹਾ। ਤੁਸੀਂ ਜਿਸ ਸਕੂਲ ਦੇ ਵਿੱਚ ਪੜ੍ਹ ਰਹੇ ਹੋ ਮੈਂ ਉੱਥੋਂ ਹੈਡਮਾਸਟਰ ਦੇ ਤੌਰ ਦੇ ਉੱਤੇ ਹੋਇਆ ਹਾਂ ਰਿਟਾਇਰ। ਮੁੱਖ ਮੰਤਰੀ ਦੇ ਵੱਲੋਂ ਹਰਿਆਣਾ ਦਾ ਪੱਖ ਪੂਰਨ ਦੇ ਲਗਾਏ ਇਲਜ਼ਾਮਾਂ ਤੇ ਗਵਰਨਰ ਦਾ ਜਵਾਬ। ਕਿਹਾ ਪੀਯੂ ਦਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ 493 ਕਰੋੜ। ਵਿੱਤੀ ਸੰਕਟ ਦੇ ਹੱਲ ਦੇ ਲਈ ਮੈਂ ਹਰਿਆਣਾ ਦੇ ਕਾਲਜਸ ਦੀ ਐਫੀਲੀਏਸ਼ਨ ਦਾ ਦਿੱਤਾ ਸੀ ਸੁਝਾਅ। ਸੀਐਮ ਦੇ ਲਵ ਲੈਟਰਾਂ ਵਾਲੇ ਬਿਆਨ ਦੇ ਉੱਤੇ ਗਵਰਨਰ ਨੇ ਜਤਾਇਆ ਸਖਤ ਇਤਰਾਜ਼। ਕਿਹਾ ਮੈਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਹੀ ਲਿਖੀਆਂ ਚਿੱਠੀਆਂ, ਪਰ ਮੇਰੀਆਂ ਚਿੱਠੀਆਂ ਨੂੰ ਲਵ ਲੈਟਰ ਕਹਿ ਕੇ ਉਡਾਇਆ ਗਿਆ ਮਜ਼ਾਕ। ਜੋ ਮਰਜ਼ੀ ਕਹੋ, ਜਵਾਬ ਤਾਂ ਦੇਣਾ ਹੋਵੇਗਾ। ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਗਵਰਨਰ ਦਾ ਵੱਡਾ ਦਾਅਵਾ। ਕਿਹਾ ਜਦੋਂ ਤੱਕ ਪੰਜਾਬ ਦਾ ਗਵਰਨਰ ਹਾਂ ਨਹੀਂ ਕਰਾਂਗਾ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ। ਕਦੇ ਨਿੱਜੀ ਕੰਮ ਦੇ ਲਈ ਨਹੀਂ ਵਰਤਿਆ ਚੌਪਰ। ਸੀਐਮ ਮਾਨ ਨੇ ਕਿਹਾ ਸੀ ਸਾਡਾ ਹੈਲੀਕਾਪਟਰ ਵਰਤ ਕੇ ਸਾਡਾ ਹੀ ਵਿਰੋਧ ਕਰਦੇ ਨੇ ਗਵਰਨਰ। ਗਵਰਨਰ ਦੇ ਇਲਜ਼ਾਮਾਂ ਤੇ ਆਮ ਆਦਮੀ ਪਾਰਟੀ ਦਾ ਜਵਾਬ। ਕੰਗ ਬੋਲੇ ਗਵਰਨਰ ਨੇ ਮੰਨਿਆ ਹੈਲੀਕਾਪਟਰ ਵਰਤਿਆ, ਗਲਤੀ ਹੋਈ। ਪੀਯੂ ਮਾਮਲੇ 'ਚ ਹਰਿਆਣਾ ਦਾ ਸਾਥ ਦਿੱਤਾ। ਚੰਗਾ ਹੋਵੇ ਅੜਿੱਕੇ ਪਾਉਣ ਦੀ ਥਾਂ ਕੇਂਦਰ ਦੇ ਕੋਲ ਪੰਜਾਬ ਦੇ ਮਸਲੇ ਚੁੱਕਣ ਗਵਰਨਰ। ਗੁਰਦੁਆਰਾ ਐਕਟ ਦੇ ਵਿਵਾਦ ਜਾਰੀ। ਕੱਲ ਗਵਰਨਰ ਨੂੰ ਮਿਲੇਗਾ ਐਸਜੀਪੀਸੀ ਦਾ ਵਫਦ। ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗੁਰਦੁਆਰਾ ਸੋਧ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਕਰੇਗਾ ਮੰਗ। ਮਸ਼ਹੂਰ ਰੈਪਰ ਹਨੀ ਸਿੰਘ ਨੂੰ ਗੋਲਡੀ ਬਰਾੜ ਨੇ ਦਿੱਤੀ ਧਮਕੀ। ਵੌਇਸ ਨੋਟ ਦੇ ਜ਼ਰੀਏ ਦਿੱਤੀ ਥ੍ਰੈਟ। ਹਨੀ ਸਿੰਘ ਨੇ ਦਿੱਲੀ ਪੁਲਿਸ ਦੇ ਕੋਲ ਦਿੱਤੀ ਸ਼ਿਕਾਇਤ, ਖੁਦ ਦੇ ਲਈ ਮੰਗੀ ਸਿਕਿਉਰਿਟੀ। ਵਿਜੀਲੈਂਸ ਨੇ ਲੁਧਿਆਣਾ ਦੇ ਵਿੱਚ ਰਿਸ਼ਵਤਖੋਰੀ ਐਸਆਈ ਕੀਤਾ ਰੰਗੇ ਹੱਥੀ ਕਾਬੂ। 6000 ਰੁਪਏ ਲੈ ਰਿਹਾ ਸੀ ਰਿਸ਼ਵਤ। ਕਿਸੇ ਮਾਮਲੇ ਨੂੰ ਸੁਲਝਾਉਣ ਦੇ ਲਈ ਕੀਤੀ ਗਈ ਸੀ ਮੰਗ। ਲੁਧਿਆਣਾ ਲੁੱਟ ਕੇਸ ਦੇ ਵਿੱਚ ਡਾਕੂ ਸੇਨਾ ਮਨਦੀਪ ਕੌਰ ਦਾ 23 ਜੂਨ ਤੱਕ ਰਿਮਾਂਡ। ਸਾਥੀਆਂ ਸਣੇ 23 ਜੂਨ ਤੱਕ ਅਦਾਲਤ ਨੇ ਰਿਮਾਂਡ ਤੇ ਭੇਜਿਆ। 8.5 ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ। ਬਠਿੰਡਾ 'ਚ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ। ਪੁਲਿਸ ਨੇ ਨਸ਼ਾ ਤਸਕਰਾਂ ਦੇ ਇਲਾਕਿਆਂ ਦੇ ਵਿੱਚ ਕੀਤੀ ਰੇਡ। 3 ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ। ਨਿਊਜ਼ 18 ਨੇ ਪਰਸ ਰਾਮਨਗਰ ਦੇ ਵਿੱਚ ਨਸ਼ਾ ਵਿਕਣ ਦੀ ਨਸ਼ਰ ਕੀਤੀ ਸੀ ਖਬਰ। ਮਾਨਸਾ ਦੇ ਬੁਢਲਾਡਾ ਦੇ ਵਿੱਚ ਸੀਐਮ ਮਾਨ ਨੇ ਜੱਚਾ ਬੱਚਾ ਕੇਂਦਰ ਦਾ ਕੀਤਾ ਉਦਘਾਟਨ। ਸੰਗਰੂਰ ਦੇ ਵਿੱਚ 1 ਕਰੋੜ 12 ਲੱਖ ਦੀ ਲਾਗਤ ਦੇ ਨਾਲ ਰੈਨੋਵੇਟ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਵੀ ਕੀਤੀ ਲੋਕ ਅਰਪਣ। ਮੁੱਖ ਮੰਤਰੀ ਬੋਲੇ ਸਿੱਖਿਆ ਤੇ ਸਿਹਤ ਸਰਕਾਰ ਦੀ ਤਰਜੀਹ। ਕੌਮਾਂਤਰੀ ਯੋਗ ਦਿਹਾੜੇ ਦੇ ਉੱਤੇ ਯੂਐਨ ਦੇ ਵਿੱਚ ਬਣਿਆ ਵਰਲਡ ਰਿਕਾਰਡ। ਇੱਕੋ ਸਮੇਂ 'ਚ ਵੱਖ-ਵੱਖ ਮੁਲਕਾਂ ਦੇ ਸਭ ਤੋਂ ਵੱਧ ਲੋਕਾਂ ਨੇ ਕੀਤਾ ਯੋਗ। ਪ੍ਰਧਾਨ ਮੰਤਰੀ ਮੋਦੀ ਵੀ ਹੋਏ ਸ਼ਾਮਲ। ਕਿਹਾ ਯੋਗ ਦਾ ਮਤਲਬ ਜੋੜਨਾ, ਭਾਰਤ ਦੀ ਇਹ ਪ੍ਰਾਚੀਨ ਪਰੰਪਰਾ। ਸਤਿ ਸ੍ਰੀ ਅਕਾਲ, ਨਮਸਕਾਰ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਪੁਲਿਸ ਤੋਂ ਭੱਜ ਰਿਹਾ, ਵਿਦੇਸ਼ਾਂ ਦੇ ਵਿੱਚ ਥਾਂ-ਥਾਂ ਤੇ ਲੁਕ ਰਿਹਾ ਗੈਂਗਸਟਰ ਪੰਜਾਬੀ ਸਿੰਗਰਾਂ ਨੂੰ ਜਾਂ ਗਾਇਕਾਂ ਨੂੰ ਧਮਕੀਆਂ ਦੇਣ ਤੋਂ ਬਾਜ਼ ਨਾ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਜੇ ਅਸੀਂ ਗੱਲ ਗੋਲਡੀ ਬਰਾੜ ਦੀ ਕਰ ਰਹੇ ਹਾਂ, ਧਮਕੀ ਦਿੱਤੀ ਗਈ ਹੈ ਹਨੀ ਸਿੰਘ ਨੂੰ। ਫੇਮਸ ਪੰਜਾਬੀ ਸਿੰਗਰ ਅਤੇ ਰੈਪਰ ਹਨੀ ਸਿੰਘ ਨੂੰ ਗੋਲਡੀ ਬਰਾੜ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਗੋਲਡੀ ਨੇ ਹਨੀ ਸਿੰਘ ਅਤੇ ਉਸਦੇ ਸਟਾਫ ਨੂੰ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਸਿੰਗਰ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਵਿੱਚ ਦਿੱਤੀ। हनी ने सारे सबूत दिल्ली पुलिस को सौंपे ने। गोल्डी बराड़ के नाम से वो लोग बोल रहे हैं और बाकी मैंने रिक्वेस्ट करी है सीपी साहब को कि मुझे सिक्योरिटी दे और इसको इन्वेस्टिगेट कराएं। इंडियन नंबर से विदेशी नंबर से? विदेशी नंबर। वॉइस नोट भी आई है? कुछ वॉइस नोट्स आए और कॉल्स आई। हनी सिंह ਦੀ ਮੰਨੀਏ ਤਾਂ ਉਹਨਾਂ ਨੂੰ ਪਹਿਲੀ ਵਾਰ ਕਿਸੇ ਨੇ ਇਸ ਤਰ੍ਹਾਂ ਦੀ ਧਮਕੀ ਦਿੱਤੀ ਹੈ ਅਤੇ ਇਸ ਧਮਕੀ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਡਰਿਆ ਹੋਇਆ ਹੈ। मेरे साथ ये पहली बार हुआ है ज़िंदगी में। लोगों ने बहुत प्यार दिया हमेशा और पहली बार ऐसा कोई थ्रेट आया है और बहुत डरा हुआ हूँ। पूरा परिवार डरा हुआ है यार। मौत से किसको डर नहीं लगता। मेरे को ज़िंदगी में सिर्फ एक ही चीज़ से डर लगता रहा, मौत से। ਗੋਲਡੀ ਬਰਾੜ ਉਹੀ ਗੈਂਗਸਟਰ ਹੈ ਜਿਸ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸਾਹਮਣੇ ਆਇਆ। ਗੋਲਡੀ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਹਨਾਂ ਦਿਨੀ ਗੋਲਡੀ ਬਰਾੜ ਵਿਦੇਸ਼ ਦੇ ਵਿੱਚ ਹੈ ਤੇ ਫਰਾਰ ਹੈ।
ਗੋਲਡੀ ਬਰਾੜ ਨੂੰ ਕਾਬੂ ਕਦੋਂ ਕੀਤਾ ਜਾਵੇਗਾ, ਇੱਕ ਵੱਡਾ ਸਵਾਲ ਹੈ। ਪਰ ਇਸ ਸਭ ਦੇ ਵਿਚਾਲੇ ਗੋਲਡੀ ਬਰਾੜ ਧਮਕੀਆਂ ਦੇਣ ਤੋਂ ਬਾਜ਼ ਤਾਂ ਨਹੀਂ ਆ ਰਿਹਾ। ਉਧਰ ਐਨਆਈਏ ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਯੂਪੀ ਦੇ ਬਾਹੂਬਲੀ ਵਿਕਾਸ ਨੂੰ ਗ੍ਰਿਫਤਾਰ ਕੀਤਾ। ਵਿਕਾਸ ਸਿੰਘ ਦਾ ਇਲਜ਼ਾਮ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ੂਟਰਸ ਨੂੰ ਕਈ ਦਿਨਾਂ ਤੱਕ ਆਪਣੇ ਅਯੋਧਿਆ ਵਾਲੇ ਫਾਰਮ ਹਾਊਸ ਦੇ ਵਿੱਚ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਐਨਆਈਏ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਦੇ ਵਿੱਚ ਆਰਪੀਜੀ ਅਟੈਕ ਦਾ ਨਾਬਾਲਗ ਮੁਲਜ਼ਮ ਵਿਕਾਸ ਸਿੰਘ ਦੇ ਇੱਥੇ ਹੀ ਕੰਮ ਕਰਦਾ ਸੀ। ਇੰਨਾ ਹੀ ਨਹੀਂ, ਵਿਕਾਸ ਨੇ ਮੋਹਾਲੀ ਆਰਪੀਜੀ ਅਟੈਕ ਦੇ ਮੁਲਜ਼ਮ ਦੀਪਕ ਸੁਰਖਪੁਰ ਅਤੇ ਦਿਵਿਆਂਸ਼ੂ ਨੂੰ ਵੀ ਪਨਾਹ ਦਿੱਤੀ ਸੀ। ਵਿਕਾਸ ਸਿੰਘ ਦੇ ਖਿਲਾਫ ਆਰਮਜ਼ ਐਕਟ ਅਤੇ ਕਤਲ ਦੇ ਕਈ ਮਾਮਲੇ ਦਰਜ ਨੇ। ਐਨਆਈਏ ਨੇ ਵਿਕਾਸ ਸਿੰਘ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ। ਕੋਰਟ ਨੇ ਵਿਕਾਸ ਨੂੰ 5 ਦਿਨ ਦੀ ਐਨਆਈਏ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ, ਜਦੋਂ ਕਿ ਐਨਆਈਏ ਨੇ 7 ਦਿਨ ਦੀ ਰਿਮਾਂਡ ਦੀ ਡਿਮਾਂਡ ਕੀਤੀ ਸੀ। ਤੇ ਵਿਕਾਸ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਸਾਥੀਆਂ ਨੂੰ ਜਾਂ ਫਿਰ ਜਿਹੜੇ ਸ਼ੂਟਰਸ ਮੁਹੱਈਆ ਕਰਵਾਈ ਜਾਂਦੇ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਪਨਾਹ ਦਿੰਦਾ ਸੀ। ਉਧਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਭਾਰਤ ਨੇ 26/11 ਹਮਲੇ ਦੇ ਵਾਂਟਡ ਲਸ਼ਕਰ ਦੇ ਦਹਿਸ਼ਤਗਰਦ ਸਾਜਿਦ ਮੀਰ ਦਾ ਆਡੀਓ ਜਾਰੀ ਕੀਤਾ। ਇਸ ਆਡੀਓ 'ਚ ਸਾਜਿਦ ਮੀਰ ਮੁੰਬਈ 'ਚ ਸ਼ਾਮਲ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਹੁਕਮ ਦੇ ਰਿਹਾ ਹੈ। ਅਮਰੀਕਾ ਨੇ 20 ਜੂਨ ਨੂੰ ਕਾਉਂਸਲ ਦੀ ਬੈਠਕ ਦੇ ਵਿੱਚ ਸਾਜਿਦ ਮੀਰ ਨੂੰ ਗਲੋਬਲ ਟੈਰਰਿਸਟ ਐਲਾਨਣ ਦਾ ਮਤਾ ਰੱਖਿਆ ਸੀ। ਭਾਰਤ ਇਸ ਦਾ ਸਹਿ ਪ੍ਰਪੋਜ਼ਰ ਸੀ। तो जो जहाँ पे आपको मूवमेंट नजर आती है, बंदा जिस छत पे चल रहा है, कोई आ रहा है जा रहा है, उसको फाइट ठोको। उसे नहीं पता यहाँ पे क्या हो रहा है। इंशाल्लाह। तो जो जहाँ पे आपको मूवमेंट नजर आती है, बंदा जिस छत पे चल रहा है, कोई आ रहा है जा रहा है, उसको फाइट ठोको। उसे नहीं पता यहाँ पे क्या हो रहा है। इंशाल्लाह। ਚੀਨ ਨੇ ਯੂਐਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਲਿਆਂਦੇ ਗਏ ਅਮਰੀਕਾ ਤੇ ਭਾਰਤ ਦੇ ਇਸ ਮਤੇ ਨੂੰ ਰੋਕ ਦਿੱਤਾ ਸੀ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸੈਕਟਰੀ ਪ੍ਰਕਾਸ਼ ਗੁਪਤਾ ਨੇ ਇਸ ਦੇ ਉੱਤੇ ਭਾਰਤ ਦਾ ਪੱਖ ਰੱਖਦੇ ਹੋਏ ਯੂਐਨ ਅਸੈਂਬਲੀ ਦੇ ਵਿੱਚ ਦਹਿਸ਼ਤਗਰਦ ਦਾ ਇੱਕ ਆਡੀਓ ਸੁਣਾਇਆ। ਖੈਰ ਚੀਨ ਦਾ ਸਾਥ ਤਾਂ ਪਹਿਲਾਂ ਵੀ ਪਾਕਿਸਤਾਨ ਨੂੰ ਮਿਲਦਾ ਆਇਆ ਤੇ ਇੱਕ ਵਾਰ ਫਿਰ ਤੋਂ ਹੀ ਚੀਨ ਦੁਬਾਰਾ ਪਾਕਿਸਤਾਨ ਦੇ ਨਾਲ ਖੜਾ ਨਜ਼ਰ ਆਇਆ। ਅੱਗੇ ਵਧਦੇ ਤੇ ਗੱਲ ਹੁਣ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ। ਇਜਲਾਸ 2 ਦਿਨ ਦਾ ਸੱਦਿਆ ਗਿਆ ਸੀ। ਉਧਰ ਵਿਧਾਨ ਸਭਾ ਇਜਲਾਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੇ ਉੱਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਰੜਾ ਇਤਰਾਜ਼ ਜਤਾਇਆ ਹੈ। ਸੀਐਮ ਨੂੰ ਜਵਾਬ ਦੇ ਵਿੱਚ ਗਵਰਨਰ ਨੇ ਕਿਹਾ ਕਿ ਉਹਨਾਂ ਨੂੰ ਸੰਵਿਧਾਨ ਨੇ ਜਿਸ ਅਹੁਦੇ ਦੇ ਉੱਤੇ ਬਿਠਾਇਆ ਹੈ ਉਹ ਚਾਹ ਕੇ ਵੀ ਉਹਨਾਂ ਨੂੰ ਉਤਾਰ ਨਹੀਂ ਸਕਦੇ। ਮੁੱਖ ਮੰਤਰੀ ਭਾਵੇਂ ਹੀ ਭਾਸ਼ਾ ਦੀ ਮਰਿਆਦਾ ਭੁੱਲ ਗਏ ਹੋਣ ਪਰ ਉਹ ਰਾਜਪਾਲ ਦੇ ਅਹੁਦੇ ਦੀ ਗਰਿਮਾ ਦਾ ਖਿਆਲ ਰੱਖਦੇ ਨੇ। उनको मालूम होना चाहिए मैं बहुत सीनियर हूं ना। वो जिस स्कूल में पढ़ रहे हैं ना, मैं उसका हेडमास्टर होकर रिटायर हो गया, ऐसा समझ लो। मेरे को क्या, मेरे पे कोई असर नहीं होता। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਕਿ ਜੇਕਰ ਉਹਨਾਂ ਨੇ ਵਿਧਾਨ ਸਭਾ ਦੇ ਬਾਹਰ ਵੀ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ये वर्ड एक गवर्नर के बारे में विधानसभा में बोल रहे हैं तो उनको प्रोटेक्शन है विधानसभा का, इसलिए मैं कुछ आई एम हेल्पलेस, परंतु जवाब तो देना पड़ेगा। यू विल हैव टू गिव द रिप्लाई ऑफ माय ऑल द लेटर्स एज पर द कॉन्स्टिट्यूशन एंड एज पर द ऑर्डर्स ऑफ द सुप्रीम कोर्ट। ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਰਾਜਪਾਲ ਨੂੰ ਲੈ ਕੇ ਕਈ ਕਰੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਲੈ ਕੇ ਰਾਜਪਾਲ ਕਾਫੀ ਨਾਰਾਜ਼ ਨੇ। ਉਧਰ ਰਾਜਪਾਲ ਨੇ ਹੈਲੀਕਾਪਟਰ ਵਾਲੇ ਬਿਆਨ ਦੇ ਉੱਤੇ ਵੀ ਰਿਐਕਟ ਕੀਤਾ। ਹੈਲੀਕਾਪਟਰ ਨੂੰ ਲੈ ਕੇ ਦਿੱਤੇ ਗਏ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਵੀ ਦੋ ਟੁਕ ਜਵਾਬ ਰਾਜਪਾਲ ਦੇ ਵੱਲੋਂ ਦਿੱਤਾ ਗਿਆ। ਗਵਰਨਰ ਨੇ ਕਿਹਾ ਕਿ ਜਦੋਂ ਤੱਕ ਉਹ ਪੰਜਾਬ ਦੇ ਰਾਜਪਾਲ ਰਹਿਣਗੇ ਸਰਕਾਰ ਦਾ ਹੈਲੀਕਾਪਟਰ ਇਸਤੇਮਾਲ ਨਹੀਂ ਕਰਨਗੇ। But now I declare, मैं जब तक पंजाब में हूँ पंजाब गवर्नमेंट का हेलीकॉप्टर कभी लाइफ में यूज नहीं करूँगा। ये वजीयत तय है। मेरी गाड़ी से मेरा जैसे जाता हूँ, मेरी सिंपल लिविंग है, आई विल मैनेज विद दैट कम वर्क। ਗਵਰਨਰ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਤੋਂ ਰਾਜਪਾਲ ਬਣੇ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਿੰਨੀ ਵਾਰ ਵੀ ਉਹਨਾਂ ਨੇ ਹਵਾਈ ਸਫ਼ਰ ਕੀਤਾ ਉਹ ਇਕਨੋਮੀ ਕਲਾਸ ਦੇ ਵਿੱਚ ਹੀ ਕੀਤਾ ਹੈ। और मैं आपको बता दूं, डिसाइड किया गवर्नर बनने के बाद में मैं इकोनॉमिक क्लास में ट्रेवल किया हूँ, बिजनेस क्लास में आज तक नहीं, 6 साल में कभी नहीं ट्रेवल किया। बिजनेस क्लास में नहीं किया, इकोनॉमिक क्लास।
ਆਖਿਰ ਦੇ ਵਿੱਚ ਰਾਜਪਾਲ ਮੁੱਖ ਮੰਤਰੀ ਦੇ ਲਵ ਲੈਟਰ ਵਾਲੇ ਬਿਆਨ ਦੇ ਉੱਤੇ ਵੀ ਉਹਨਾਂ ਨੂੰ ਘੇਰਦੇ ਨਜ਼ਰ ਆਏ ਅਤੇ ਕਿਹਾ ਕਿ ਮੇਰੀ ਚਿੱਠੀ ਦਾ ਜਵਾਬ ਤਾਂ ਦੇਣਾ ਹੀ ਹੋਵੇਗਾ। ਕਹਿੰਦੇ ਤਕਰਾਰ ਤਾਂ ਲਗਾਤਾਰ ਜਾਰੀ ਹੈ, ਪਰ ਜਦੋਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਔਰ ਰਾਜਪਾਲ ਤੇ ਮੁੱਖ ਮੰਤਰੀ ਆਮੋ ਸਾਹਮਣੇ ਹੋਣ, ਵਾਰ ਪਲਟਵਾਰ ਹੁੰਦਾ ਹੋਇਆ ਨਜ਼ਰ ਆਵੇ, ਫਿਰ ਫਰਕ ਪੰਜਾਬ ਦੇ ਹਿੱਤਾਂ ਨੂੰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੁਰਦੁਆਰਾ ਐਕਟ ਦੇ ਉੱਤੇ ਵੀ ਵਿਵਾਦ ਜਾਰੀ ਹੈ, ਜੋ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਲਿਆਂਦਾ ਗਿਆ, ਪਾਸ ਕਰ ਦਿੱਤਾ ਗਿਆ, ਹੁਣ ਗਵਰਨਰ ਦੇ ਕੋਲ ਜਾਏਗਾ ਤੇ ਇਸ ਵਿਵਾਦ ਦੇ ਵਿਚਾਲੇ ਕੱਲ 4:30 ਵਜੇ ਵੀਰਵਾਰ ਸ਼ਾਮ 4:30 ਵਜੇ ਗਵਰਨਰ ਨੂੰ ਮਿਲੇਗਾ SGPC ਦਾ ਵਫਦ। ਔਰ ਗੁਰਦੁਆਰਾ ਸੋਧ ਬਿੱਲ 2023 ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ, ਉਸ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਤੇ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ SGPC ਦੇ ਵੱਲੋਂ ਕੀਤੀ ਜਾਣੀ ਹੈ। ਪੰਜਾਬ ਸਰਕਾਰ ਨੇ ਸੋਧ ਬਿੱਲ ਪਾਸ ਕੀਤਾ ਹੈ। ਸਰਕਾਰ ਨੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਹ ਸੋਧ ਕੀਤੀ ਹੈ ਤੇ ਗੁਰਦੁਆਰਾ ਐਕਟ ਦੇ ਵਿੱਚ ਧਾਰਾ 125A ਜੋੜੀ ਗਈ ਹੈ। ਖੈਰ ਗਵਰਨਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਇਸ ਵਿਚਾਲੇ ਗੁਰਦੁਆਰਾ ਸੋਧ ਐਕਟ 2023 ਦਾ ਵੀ ਸੋਧ ਬਿੱਲ 2023 ਦਾ ਵੀ ਜ਼ਿਕਰ ਹੋਇਆ ਤੇ ਸਵਾਲ ਪੁੱਛਿਆ ਗਿਆ ਤਾਂ ਇਸ ਦੇ ਉੱਤੇ ਗਵਰਨਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਕੋਲ ਜਦੋਂ ਪਹੁੰਚੇਗਾ ਇਹ ਬਿੱਲ ਤਾਂ ਉਸ ਤੋਂ ਬਾਅਦ ਉਹ ਲੀਗਲ ਰਾਏ ਇਸ ਦੇ ਉੱਤੇ ਲੈਣਗੇ ਤੇ ਫਿਰ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਗੁਰਦੁਆਰਾ ਸੋਧ ਬਿੱਲ ਦੇ ਉੱਤੇ ਇਸ ਸਮੇਂ ਵਿਵਾਦ ਜਾਰੀ ਹੈ। ਅੱਗੇ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਿਧਾਇਕ ਨੇ ਕਿਸ ਨੂੰ ਮਾਰ ਦਿੱਤਾ ਥੱਪੜ, MLA ਨੇ ਕਿਸ ਨੂੰ ਥੱਪੜ ਮਾਰਿਆ ਹੈ, ਇਹ ਕਿਹੜੇ MLA ਨੇ ਤੇ ਕਿਸ ਨੂੰ ਮਾਰਿਆ ਥੱਪੜ ਦਿਖਾਵਾਂਗੇ ਥੋੜੀ ਦੇਰ ਦੇ ਵਿੱਚ। ਅੱਗੇ ਵਧਦੇ ਤੇ ਗੱਲ ਟਵਿੱਟਰ ਦੀ ਕਰਾਂਗੇ। ਟਵਿੱਟਰ ਦੇ ਮਾਲਕ ਇਲਨ ਮਸਕ ਨੇ ਨਿਊਯਾਰਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਟਵਿੱਟਰ ਨੂੰ ਲੈ ਕੇ ਹੋਏ ਵਿਵਾਦ ਤੇ ਵੀ ਵੱਡਾ ਬਿਆਨ ਦਿੱਤਾ। ਤੇ ਟਵਿੱਟਰ ਦੇ ਸਾਬਕਾ CEO ਜੈਕ ਡੋਰਸੀ ਨੇ ਇਲਜ਼ਾਮ ਲਗਾਏ ਸਨ ਕਿ ਕਿਸਾਨ ਅੰਦੋਲਨ ਦੇ ਦੌਰਾਨ ਭਾਰਤ ਸਰਕਾਰ ਨੇ ਉਹਨਾਂ ਤੇ ਕਈ ਅਕਾਊਂਟ ਬੰਦ ਕਰਨ ਦੇ ਲਈ ਦਬਾਅ ਬਣਾਇਆ ਤੇ ਟਵਿੱਟਰ ਬੰਦ ਕਰਨ ਦੀ ਧਮਕੀ ਵੀ ਦਿੱਤੀ, ਜਿਸ ਤੇ ਬੋਲਦਿਆਂ ਐਲਨ ਮਸਕ ਨੇ ਸਾਫ਼ ਕੀਤਾ ਕਿ ਉਹਨਾਂ ਨੂੰ ਸਥਾਨਕ ਸਰਕਾਰਾਂ ਦੇ ਨਿਯਮ ਮੰਨਣੇ ਪੈਣਗੇ। Twitter doesn't have a choice but to obey local governments. You know, if we don't obey local government laws, then we will get shut down. So the best we can do is really to hew close to the law in any given country. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਐਲਨ ਮਸਕ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਨਿਯਮ ਹਰ ਥਾਂ ਤੇ ਲਾਗੂ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਦੀ ਤਾਰੀਫ ਕਰਦੇ ਨਜ਼ਰ ਆਏ ਤੇ ਖੁਦ ਨੂੰ ਮੋਦੀ ਦਾ ਵੱਡਾ ਫੈਨ ਦੱਸਿਆ। I can say he really wants to do the right thing for India. He wants to be open. He wants to be supportive of new companies, and obviously, but at the same time, make sure it accrues to India's advantage, which is, obviously that's the job. I'm saying I am a fan of Modi. So. ਇਲਨ ਮਸਕ ਨੇ ਅਗਲੇ ਸਾਲ ਭਾਰਤ ਆਉਣ ਦੀ ਵੀ ਗੱਲ ਕਹੀ ਅਤੇ ਭਾਰਤ 'ਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸੂਰਜੀ ਊਰਜਾ ਤੇ ਇੰਟਰਨੈਟ ਨੂੰ ਲੈ ਕੇ ਵੱਧ ਸੰਭਾਵਨਾਵਾਂ ਹੋਣ ਦੀ ਗੱਲ ਵੀ ਕਹੀ ਹੈ। ਇਲਨ ਮਸਕ ਦੇ ਵੱਲੋਂ ਟਵਿੱਟਰ ਨੂੰ ਖਰੀਦਿਆ ਗਿਆ ਸੀ, ਉਸ ਤੋਂ ਬਾਅਦ ਬਹੁਤ ਸਾਰੇ ਬਦਲਾਅ ਟਵਿੱਟਰ ਦੇ ਵਿੱਚ ਦੇਖਣ ਨੂੰ ਮਿਲੇ। ਖੈਰ ਇਲਨ ਮਸਕ ਇਹ ਵੀ ਜ਼ਰੂਰ ਜਾਂ ਕਹੀਏ ਕਿ ਧਿਆਨ ਉਹਨਾਂ ਦੇ ਧਿਆਨ ਦੇ ਵਿੱਚ ਹੋਏਗਾ ਕਿ ਭਾਰਤ ਬਹੁਤ ਵੱਡੀ ਮਾਰਕੀਟ ਹੈ ਔਰ ਕਰੋੜਾਂ ਇੱਥੇ ਟਵਿੱਟਰ ਚਲਾਉਣ ਵਾਲੇ ਵੀ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਪਾਕਿਸਤਾਨ ਤੋਂ। ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ ਨੇ ਯੂਨੀਵਰਸਿਟੀ ਦੇ ਵਿੱਚ ਹੋਲੀ ਮਨਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ। HES ਦਾ ਇਹ ਹੁਕਮ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉੱਤੇ 12 ਜੂਨ ਨੂੰ ਕਾਲਜ ਦੇ ਵਿੱਚ ਹੋਲੀ ਮਨਾਉਣ ਤੇ ਉਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਗਿਆ। ਉੱਚ ਸਿੱਖਿਆ ਕਮਿਸ਼ਨ ਦੇ ਇੱਕ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਕਾਲਜ ਦੇ ਕੈਂਪਸ ਦੇ ਵਿੱਚ ਇਸਲਾਮਿਕ ਕਦਰਾਂ ਕੀਮਤਾਂ ਦੇ ਖਤਮ ਹੋਣ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਰਗਰਮੀਆਂ ਪ੍ਰਬੰਧਿਤ ਕੀਤੀਆਂ ਗਈਆਂ। ਇਹ ਕਾਫੀ ਦੁੱਖ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਸਰਗਰਮੀਆਂ ਦੇਸ਼ ਦੇ ਸਮਾਜਿਕ ਸੱਭਿਆਚਾਰ ਕਦਰਾਂ ਕੀਮਤਾਂ ਤੋਂ ਪੂਰੀ ਤਰ੍ਹਾਂ ਵੱਖ ਨੇ ਅਤੇ ਦੇਸ਼ ਦੀ ਇਸਲਾਮੀ ਪਹਿਚਾਣ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਕਾਬਿਲੇ ਗੌਰ ਹੈ ਕਿ ਪਾਕਿਸਤਾਨ ਦੇ ਵਿੱਚ ਹਕੂਮਤ ਦੇ ਕਈ ਸਖਤ ਫੈਸਲੇ ਆਏ ਨੇ ਜਿਨ੍ਹਾਂ ਦੇ ਨਾਲ ਉੱਥੇ ਗੈਰ ਮੁਸਲਿਮਾਂ ਦੀਆਂ ਮੁਸੀਬਤਾਂ ਵਧੀਆਂ ਨੇ। ਉੱਥੇ ਸਿਆਸਤ ਦੇ ਵਿੱਚ ਗੈਰ ਮੁਸਲਿਮਾਂ ਦੀ ਪਹੁੰਚ ਸੀਮਤ ਕਰ ਦਿੱਤੀ ਗਈ ਹੈ। ਨਾਲ ਹੀ ਉਹਨਾਂ ਦੇ ਪ੍ਰੋਟੈਕਸ਼ਨ ਦੇ ਲਈ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਨੇ। ਜਿਵੇਂ ਭਾਰਤ ਦੇ ਵਿੱਚ ਹੈ, ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਗੈਰ ਮੁਸਲਿਮਾਂ ਦੀ ਤਾਦਾਦ ਕੁੱਲ ਆਬਾਦੀ ਦੇ ਵਿੱਚ 14% ਤੋਂ ਜ਼ਿਆਦਾ ਸੀ, ਪਰ ਹੁਣ ਉੱਥੇ ਹਿੰਦੂ 5% ਵੀ ਨਹੀਂ ਰਹੇ। ਤਾਂ ਪਾਕਿਸਤਾਨ ਦੀ ਇਹ ਸਥਿਤੀ ਹੈ ਕਿ ਉੱਥੇ ਇਸ ਤਰੀਕੇ ਨਾਲ ਰੋਕ ਲਗਾ ਦਿੱਤੀ ਗਈ ਹੈ ਹੋਲੀ ਮਨਾਉਣ ਦੇ ਉੱਤੇ।
ਦੂਜੇ ਪਾਸੇ ਕਿਉਂਕਿ ਪਾਕਿਸਤਾਨ ਦੇ ਨਾਲ ਵੀ ਕਈ ਵਾਰ ਲੋਕ ਭਾਰਤ ਨੂੰ ਕੰਪੇਅਰ ਕਰਦੇ ਨੇ, ਸਾਡੇ ਦੇਸ਼ ਦੇ ਵਿੱਚ ਅਜਿਹੀ ਕਦੇ ਕੋਈ ਤੁਸੀਂ ਖਬਰ ਜਾਂ ਜਾਣਕਾਰੀ ਨਹੀਂ ਸੁਣੀ ਹੋਏਗੀ ਕਿ ਕਿਸੇ ਇੱਕ ਖਾਸ ਧਰਮ ਨੂੰ ਲੈ ਕੇ ਕਿਸੇ ਥਾਂ ਦੇ ਉੱਤੇ ਕੋਈ ਸਮਾਗਮ ਮਨਾਉਣ ਤੋਂ ਰੋਕਿਆ ਗਿਆ ਹੋਵੇ। ਖੈਰ, ਜਦੋਂ ਦੇਸ਼ ਦੇ ਵਿੱਚ ਇਕਸਾਰਤਾ ਨਾ ਰੱਖੀ ਜਾਵੇ ਜਿਵੇਂ ਪਾਕਿਸਤਾਨ ਦੇ ਵਿੱਚ ਹੈ, ਫਿਰ ਫਰਕ ਤਾਂ ਪੈਂਦਾ। ਉਧਰ 9ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਦੇ ਉੱਤੇ ਭਾਰਤੀ ਫੌਜ ਦੇ ਜਵਾਨਾਂ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਯੋਗ ਕੀਤਾ। ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਯੋਗ ਦਿਵਸ ਦੇ ਉੱਤੇ ਸਾਹਮਣੇ ਆਈਆਂ। ਸੂਰਤ ਦੇ ਵਿੱਚ ਇਕੱਠੇ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਯੋਗ ਕੀਤਾ। ਭਾਰਤੀ ਫੌਜ ਦੇ ਜਵਾਨਾਂ ਨੇ ਲੱਦਾਖ ਦੀ ਪੈਂਗੋਂਗ ਲੇਕ ਦੇ ਕੰਢੇ ਦੇ ਉੱਤੇ ਯੋਗ ਕੀਤਾ। ਸਿੱਕਿਮ ਦੇ ਵਿੱਚ ਬਰਫ਼ ਦੇ ਨਾਲ ਢਕੇ ਪਹਾੜਾਂ ਦੇ ਵਿਚਾਲੇ ਫੌਜੀਆਂ ਨੇ ਯੋਗ ਕੀਤਾ। ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਜਵਾਨਾਂ ਨੇ ਆਸਣ ਲਗਾਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੇਵੀ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੇ ਨਾਲ ਕੇਰਲ ਦੇ ਕੋਚੀ ਦੇ ਵਿੱਚ INS ਵਿਕਰਾਂਤ ਦੇ ਉੱਤੇ ਯੋਗ ਕੀਤਾ। ਹਰ ਸਾਲ 21 ਜੂਨ ਨੂੰ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਦੱਸ ਦਈਏ ਕਿ 2014 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਮਤਾ ਪੇਸ਼ ਕੀਤਾ ਸੀ। ਉਸ ਵੇਲੇ ਤੋਂ ਹੀ ਯੋਗ ਨੇ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ। ਇਸ ਸਾਲ ਯੋਗ ਦਿਵਸ ਦੀ ਥੀਮ ਵਸੂਦੇਵ ਕੁਟੁੰਬਕਮ ਦੇ ਲਈ ਯੋਗ, ਯਾਨੀ ਇੱਕ ਵਿਸ਼ਵ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਸਾਰਿਆਂ ਦੇ ਕਲਿਆਣ ਦੇ ਲਈ ਯੋਗ ਹੈ। ਉਧਰ ਵਿਸ਼ਵ ਯੋਗ ਦਿਵਸ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UN ਦੇ ਹੈੱਡਕੁਆਰਟਰ ਦੇ ਵਿੱਚ ਯੋਗ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਪਹਿਲੀ ਵਾਰ ਇਕੱਠੇ 135 ਦੇਸ਼ਾਂ ਦੇ ਨੁਮਾਇੰਦਿਆਂ ਨੇ ਯੋਗ ਕੀਤਾ। ਪਰ ਪੂਰੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਹੀ ਟਿਕੀਆਂ ਰਹੀਆਂ। ਜਿਸ ਤਰੀਕੇ ਨਾਲ ਉਹਨਾਂ ਨੇ ਇਸ ਯੋਗ ਸੈਸ਼ਨ ਦੇ ਵਿੱਚ ਸਾਰੇ ਆਸਣਾਂ ਨੂੰ ਬਹੁਤ ਆਸਾਨੀ ਦੇ ਨਾਲ ਕਰ ਲਿਆ, ਇਹ ਦੱਸਣ ਦੇ ਲਈ ਕਾਫੀ ਹੈ ਕਿ ਇਸ ਸਥਿਤੀ ਨੂੰ ਬਣਾਉਣ ਦੇ ਲਈ ਉਹਨਾਂ ਨੇ ਇੱਕ ਲੰਬੀ ਸਾਧਨਾ ਕੀਤੀ ਹੈ। ਯੋਗ ਦੇ ਦੌਰਾਨ ਉਹਨਾਂ ਦੇ ਸਰੀਰ ਦੇ ਲਚੀਲੇਪਨ ਅਤੇ ਫਿਟਨੈਸ ਨੂੰ ਦੇਖ ਕੇ ਹਰ ਕੋਈ ਨਾ ਸਿਰਫ ਹੈਰਾਨ ਸੀ ਬਲਕਿ ਇਹ ਵੀ ਮੰਨਿਆ ਕਿ ਸਭ ਨੇ ਇਹ ਵੀ ਮੰਨਿਆ ਕਿ ਉਹਨਾਂ ਦੇ ਸਰੀਰ ਦੀ ਫਿਟਨੈਸ ਦਾ ਰਾਜ਼ ਲੰਬੇ ਸਮੇਂ ਤੱਕ ਯੋਗ ਦੀ ਸਾਧਨਾ ਕਰਨਾ ਹੀ। ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ UN ਦੇ ਨਾਲ ਜੁੜਿਆ ਹੋਇਆ ਹੈ। UN ਦੇ ਹੈੱਡਕੁਆਰਟਰ ਦੇ ਵਿੱਚ ਯੋਗ ਦਿਵਸ ਮਨਾਇਆ ਗਿਆ ਤੇ UN ਦੀ ਸਥਾਪਨਾ ਕਦੋਂ ਹੋਈ ਸੀ? ਸਾਡਾ ਅੱਜ ਦਾ ਸਵਾਲ ਹੈ। ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ। UN ਦੀ ਸਥਾਪਨਾ ਕਦੋਂ ਹੋਈ? ਸਾਲ 1924 ਦੇ ਵਿੱਚ, 1939 ਦੇ ਵਿੱਚ, 1945 ਜਾਂ 1951 ਦੇ ਵਿੱਚ? ਸਹੀ ਜਵਾਬ ਕੀ ਹੈ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਤੱਕ ਪਹੁੰਚਾਵਾਂਗੇ। ਔਰ UN ਦਾ ਮਕਸਦ ਕੀ ਹੈ, ਕਿਉਂ ਸਥਾਪਨਾ ਹੋਈ ਸੀ, ਪੂਰੀ ਜਾਣਕਾਰੀ ਇਸ ਸਵਾਲ ਦੇ ਜਵਾਬ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਵਿਵਾਦਾਂ ਵਾਲੀ ਕੋਠੀ ਜੋ ਹੈਗੀ ਹੈ ਜਗਰਾਉਂ 'ਚ। ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਜਗਰਾਉਂ ਵਾਲੀ ਕੋਠੀ ਦਾ ਮਾਮਲਾ ਉਹ ਹੁਣ ਹੱਲ ਹੋ ਗਿਆ। NRI ਪਰਿਵਾਰ ਨੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਉੱਤੇ ਆਪਣੀ ਕੋਠੀ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਸਨ। ਪੁਲਿਸ ਨੇ ਇਸ ਵਿਵਾਦ ਨੂੰ ਖਤਮ ਕਰਦਿਆਂ ਕੋਠੀ ਦੀ ਚਾਬੀ NRI ਪਰਿਵਾਰ ਨੂੰ ਸੌਂਪ ਦਿੱਤੀ। ਪਰ ਪਰਿਵਾਰ ਨੇ ਮਾਣੂਕੇ ਤੇ ਇਸ ਕੋਠੀ ਦੀ ਚਾਬੀ ਆਪਣੇ ਕਰੀਬੀ ਨੂੰ ਦੇਣ ਦੇ ਇਲਜ਼ਾਮ ਲਗਾਏ ਸਨ ਤੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਸੀ। ਪਰਿਵਾਰ ਨੇ ਕਿਹਾ ਸੀ ਕਿ ਭਾਵੇਂ ਪੁਲਿਸ ਨੇ ਉਹਨਾਂ ਦੀ ਕੋਠੀ ਦਾ ਮਸਲਾ ਹੱਲ ਕਰ ਦਿੱਤਾ ਹੈ, ਪਰ ਜਿਹੜੀ ਉਹਨਾਂ ਨੂੰ ਪਰੇਸ਼ਾਨੀ ਹੋਈ ਉਸ ਦੇ ਲਈ ਸਰਬਜੀਤ ਕੌਰ ਮਾਣੂਕੇ ਸਣੇ ਉਹਨਾਂ ਦੇ ਸਾਥੀਆਂ ਤੇ ਕੇਸ ਦਰਜ ਹੋਣਾ ਚਾਹੀਦਾ। ਅਸੀਂ ਇਹ ਵੀ ਕਹਿ ਰਹੇ ਹਾਂ, ਸਾਨੂੰ ਹਾਲੇ ਤੱਕ ਮਾਨ ਸਾਹਿਬ ਤੇ ਪੂਰੀ ਉਮੀਦ ਹੈਗੀ ਆ ਵੀ ਸਾਨੂੰ ਜਿਹੜਾ ਇਹਨਾਂ ਨੂੰ ਜਿਹੜਾ ਫਰਾਡ ਨਕਲੀ ਕਾਗਜ਼ ਦਾ ਸਾਰਾ ਕੁਛ ਆ ਸਕੈਂਡਲ ਹੋਇਆ ਵੀ ਮਾਨ ਸਾਹਿਬ ਕੁਛ ਕਰਨਗੇ। ਉਹ ਇਨਸਾਫ ਜਿਹੜਾ ਕ੍ਰਾਈਮ ਹੋਇਆ ਉਹਦੀ ਪਨਿਸ਼ਮੈਂਟ ਇਹ ਲੋਕਾਂ ਨੂੰ ਜ਼ਰੂਰ ਦੇਣਗੇ। ਹਾਲੇ ਤੱਕ ਸਾਨੂੰ ਵਿਸ਼ਵਾਸ ਹੈਗਾ ਮਾਨ ਸਾਹਿਬ ਤੇ ਵੀ ਉਹ ਨਾ ਇਨਸਾਫੀ ਨਹੀਂ ਹੋਣ ਦੇਣਗੇ। ਆ ਤਾਂ ਮੰਮੀ ਨੂੰ ਹਾਲੇ ਬਸ ਚਾਬੀਆਂ ਮਿਲੀਆਂ ਵਾਪਸ, ਅਸੀਂ ਘਰੇ ਲੈ ਕੇ ਜਾਵਾਂਗੇ। ਪਰ ਜਿਹੜੀ ਲੜਾਈ ਹੈ ਸੱਚ ਦੀ, ਅਸੀਂ ਚਾਹੁੰਦੇ ਹਾਂ ਵੀ ਇਹਦਾ ਐਂਡ ਹੋਵੇ। ਤਾਂ ਵਿਵਾਦ ਇੱਥੇ ਹੀ ਖਤਮ ਹੋ ਗਿਆ ਕੋਠੀ ਵਾਲਾ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਸ NRI ਮਹਿਲਾ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸੀ, ਜਿਸ ਨੂੰ ਤੁਸੀਂ ਸੁਣਿਆ, ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਚਾਬੀਆਂ ਸਾਨੂੰ ਮਿਲ ਚੁੱਕੀਆਂ ਨੇ, ਜੋ ਪਰੇਸ਼ਾਨੀ ਹੋਈ ਹੈ ਉਸ ਦਾ ਇਨਸਾਫ ਅਜੇ ਬਾਕੀ ਹੈ। ਅੱਗੇ ਵਧਦੇ ਤੇ ਗੱਲ ਹੋਵੇਗੀ ਇਤਿਹਾਸ ਦੀ। 21 ਜੂਨ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 21 ਜੂਨ ਜਿਵੇਂ ਆਪਾਂ ਸਾਰੇ ਜਾਣਦੇ ਹਾਂ
ਵਿਸ਼ਵ ਯੋਗ ਦਿਵਸ ਦੇ ਤੌਰ ਦੇ ਉੱਤੇ, ਕੌਮਾਂਤਰੀ ਯੋਗ ਦਿਹਾੜੇ ਦੇ ਤੌਰ ਦੇ ਉੱਤੇ ਵੀ ਮਨਾਇਆ ਜਾਂਦਾ ਹੈ। ਪਰ ਇਹ ਜੁੜਿਆ ਹੋਇਆ ਦਿਨ ਪੀਵੀ ਨਰਸਿਮਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਹਨਾਂ ਦੇ ਨਾਲ ਵੀ ਉਹ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ ਸੀ। 21 ਜੂਨ ਦੇ ਹੀ ਦਿਨ, ਸਾਲ ਸੀ 1991। 21 ਜੂਨ 1991 ਨੂੰ ਪੀਵੀ ਨਰਸਿਮਹਾ ਰਾਓ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਇਸ ਅਹੁਦੇ ਦੇ ਉੱਤੇ 16 ਮਈ 1996 ਤੱਕ ਬਣੇ ਰਹੇ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਦੋਂ ਪ੍ਰਧਾਨ ਮੰਤਰੀ ਬਣਾਇਆ ਗਿਆ ਉਸ ਸਮੇਂ ਉਹ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਣਾ ਚੁੱਕੇ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ ਅਤੇ 5 ਸਾਲ ਤੱਕ ਸ਼ਾਸਨ ਕੀਤਾ। ਇਸ ਦੌਰਾਨ ਉਹਨਾਂ ਨੇ ਕਈ ਇਤਿਹਾਸਕ ਫੈਸਲੇ ਲਏ। ਉਹਨਾਂ ਦੇ ਫੈਸਲਿਆਂ ਦੀ ਵਜ੍ਹਾ ਦੇ ਨਾਲ ਹੀ ਅੱਜ ਦੇਸ਼ ਦੀ ਅਰਥ ਵਿਵਸਥਾ ਉਚਾਈਆਂ ਛੂ ਰਹੀ ਹੈ। ਇਹ ਉਹ ਦੌੜ ਸੀ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਸੀ ਜਦੋਂ ਇੱਕ ਵੱਡੀ ਮੰਦੀ ਪੂਰੀ ਦੁਨੀਆ ਦੇ ਵਿੱਚ ਸੀ। ਖੈਰ ਭਾਰਤ ਨੂੰ ਉੱਥੋਂ ਬਾਹਰ ਕੱਢਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹਨਾਂ ਨੂੰ ਇਸ ਦਾ ਸਿਹਰਾ ਜਾਂਦਾ।